ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਰਿਤਰੋਪਖਿਆਨ ਉੱਪਰ ਸਾਡੀ ਵਿਚਾਰ ਲੜੀ ਚੱਲ ਰਹੀ ਸੀ। ਅੱਜ ਜਿਹੜੀ ਅਸੀਂ ਵਿਚਾਰ ਕਰਨੀ ਹੈ ਇਹ ਸਾਨੂੰ ਦੁਬਾਰਾ ਕਰਨੀ ਪੈ ਰਹੀ ਹੈ। ਇਹ ਹੈ ਚਰਿੱਤਰ ਨੰਬਰ 71 ਜਿਸ ਦੀ ਵਿਚਾਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਪਰ ਅੱਜ ਦੀ ਵਿਚਾਰ ਦਾ ਕਾਰਨ ਕੀ ਬਣਿਆ ਕਿ YouTube ਉੱਤੇ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਨੇ ਜਿਹੜੀਆਂ ਕਿ ਵਿਚਿੱਤਰ ਨਾਟਕ ਉੱਤੇ ਵਿਚਾਰ ਚਰਚਾ ਦੇ ਬਾਰੇ ਹੈ। ਮੈਂ ਸਾਰੀਆਂ ਵੀਡੀਓ ਵਿੱਚ ਇੱਕ ਗੱਲ ਜੋ ਕਾਮਨ ਆਮ ਮੈਂ ਨੋਟ ਕੀਤੀ ਹੈ ਉਹ ਇਹ ਹੈ ਕਿ ਦੋ ਧੜੇ ਹਨ। ਇੱਕ ਧੜਾ ਉਹ ਹੈ ਜਿਹੜਾ ਵਿਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦਾ ਹੈ ਅਤੇ ਦੂਜਾ ਧੜਾ ਉਹ ਹੈ ਜਿਸ ਨੇ ਵਿਚਿੱਤਰ ਨਾਟਕ ਨੂੰ ਪੜ੍ਹ ਕੇ ਪੂਰੀ ਤਰ੍ਹਾਂ ਸਮਝਿਆ ਹੈ ਅਤੇ ਉਹਨਾਂ ਨੂੰ ਸਮਝ ਲੱਗੀ ਹੈ ਕਿ ਇਹ ਵਿਚਿੱਤਰ ਨਾਟਕ ਨਾਂ ਦਾ ਗ੍ਰੰਥ, ਜਿਸ ਨੂੰ ਦਸਮ ਗ੍ਰੰਥ ਵੀ ਕਹਿੰਦੇ ਹਨ, ਇਹ ਬਿਲਕੁਲ ਕਿਸੇ ਹਾਲਤ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੋ ਸਕਦੀ। ਹੁਣ ਹੋ ਕੀ ਰਿਹਾ? ਜਿਹੜੇ ਬੰਦੇ ਸੁਹਿਰਦ ਹਨ, ਜਿਹੜੇ ਵੀਰ ਪੜ੍ਹ ਕੇ ਸਮਝ ਕੇ ਲੋਕਾਂ ਤੱਕ ਸੱਚ ਪਹੁੰਚਾਉਣਾ ਚਾਹੁੰਦੇ ਹਨ, ਉਹ ਤਾਂ ਸਿਰਫ ਜੋ ਵਿਚਿੱਤਰ ਨਾਟਕ ਵਿੱਚ A to Z ਅਵਾਰਤ ਲਿਖੀ ਹੈ, ਜੋ ਅਸਲ ਲਿਖਿਆ ਹੈ, ਉਸ ਉੱਤੇ ਵਿਚਾਰ ਕਰ ਰਹੇ ਹਨ। ਅਤੇ ਜਿਹੜੇ ਦੂਜੇ ਵੀਰ ਨੇ ਜਿਹੜੇ ਇਸ ਨੂੰ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ, ਉਹ ਇਸ ਵਿੱਚੋਂ ਪੜ੍ਹਦੇ ਕੁਝ ਨਹੀਂ ਹਨ, ਪਰ ਕਹਾਣੀਆਂ ਸੁਣਾ ਕੇ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਔਰ ਉਹਦੇ ਵਿੱਚ ਕਾਫੀ ਮਾਤਰਾ ਝੂਠ ਦੀ ਰਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਅਜਿਹੀ ਇੱਕ ਜੋ ਵੀਡੀਓ ਮੇਰੇ ਹੱਥ ਲੱਗੀ, ਕੋਈ 3 ਘੰਟੇ ਦੀ ਡਿਸਕਸ਼ਨ ਹੈ, ਵਿਚਾਰ ਵਟਾਂਦਰਾ ਹੈ। ਇਹ ਕਾਨਪੁਰ ਵਿਖੇ ਅੱਜ ਤੋਂ ਕੋਈ ਕਾਫੀ ਸਾਲ ਪਹਿਲਾਂ ਹੋਇਆ ਸੀ। ਉਹਦੇ ਵਿੱਚੋਂ ਮੈਂ ਤੁਹਾਨੂੰ 1.5 ਮਿੰਟ ਦਾ ਕਲਿੱਪ ਸੁਣਾਵਾਂਗਾ ਔਰ ਉਸ ਤੋਂ ਬਾਅਦ ਮੈਂ 71 ਨੰਬਰ ਚਰਿੱਤਰ ਦੀ ਅੱਖਰ ਤੁਹਾਡੇ ਨਾਲ ਵਿਚਾਰ ਕਰਾਂਗਾ। ਫਿਰ ਤੁਸੀਂ ਆਪ ਫੈਸਲਾ ਕਰਨਾ ਕਿ ਕਿਤਨੀ ਬੇਈਮਾਨੀ ਅਸੀਂ ਵਰਤ ਰਹੇ ਹਾਂ, ਕਿਤਨੀ ਅਸੀਂ ਮਾਤਰਾ ਝੂਠ ਦੀ ਵਿੱਚ ਰਲਾ ਰਹੇ ਹਾਂ ਆਪਣੀ ਗੱਲ ਨੂੰ ਸੱਚਾ ਸਿੱਧ ਕਰਨ ਲਈ। ਪਰ ਹੋ ਕੀ ਰਿਹਾ? ਕਿਉਂਕਿ ਜਦੋਂ ਦੋ ਟੀਮਾਂ ਖੇਡਦੀਆਂ ਨੇ, ਉਹਨਾਂ ਦੇ ਸੱਚ ਝੂਠ ਦੇ ਫੈਸਲੇ ਕਰਨ ਨੂੰ ਰੈਫਰੀ ਹੋਇਆ ਕਰਦੇ ਨੇ। ਕਈ ਜਗ੍ਹਾ 2 ਰੈਫਰੀ ਹੁੰਦੇ ਆ ਔਰ ਤੀਜਾ ਰੈਫਰੀ ਅਲੱਗ ਆਜ਼ਾਦ ਬੈਠਾ ਹੁੰਦਾ। ਜਦੋਂ 2 ਰੈਫਰੀਆਂ ਦੀ ਰਾਏ ਆਪਸ ਵਿੱਚ ਨਾ ਰਲੇ ਤਾਂ ਤੀਸਰਾ ਰੈਫਰੀ ਉਸ ਦਾ ਫੈਸਲਾ ਦਿੰਦਾ ਔਰ ਉਸ ਦਾ ਫੈਸਲਾ ਫਾਈਨਲ ਮੰਨਿਆ ਜਾਂਦਾ। ਪਰ ਗੁਰਮਤ ਵਿਚਾਰਾਂ ਵਿੱਚ ਕੀ ਹੋ ਰਿਹਾ ਕਿ ਜਿਹੜਾ ਬੰਦਾ ਇਸ ਚੀਜ਼ ਨੂੰ ਆਰਗੇਨਾਈਜ਼ ਕਰ ਰਿਹਾ ਉਹ ਇਸ ਗ੍ਰੰਥ ਬਾਰੇ ਗਿਆਨਵਾਨ ਨਹੀਂ ਹੈ। ਆਮ ਸੰਗਤਾਂ ਨੂੰ ਪਹਿਲਾਂ ਹੀ ਨਹੀਂ ਪਤਾ। ਕੁਝ ਗਿਣੇ ਚੁਣੇ ਬੰਦਿਆਂ ਨੂੰ ਛੱਡ ਕੇ ਆਮ ਸੰਗਤਾਂ ਸਿਰਫ ਜੋ ਕੁਝ ਸਾਨੂੰ ਸਟੇਜਾਂ ਤੋਂ ਦੱਸ ਦਿੱਤਾ ਜਾਂਦਾ ਹੈ ਉਸ ਨੂੰ ਪੱਥਰ 'ਤੇ ਲਕੀਰ ਮੰਨ ਲੈਂਦੀਆਂ ਹਨ। ਅਤੇ ਐਸੇ ਵਿੱਚ ਜਿਹੜੇ ਬੰਦੇ ਸੱਚ ਨਾਲ ਜੁੜੇ ਹੋਏ ਨੇ, ਜਿਹੜੇ ਖੋਜ ਕਰਦੇ ਨੇ, ਉਹਨਾਂ ਲਈ ਮੁਸ਼ਕਿਲ ਇਹ ਪੈਂਦੀ ਹੈ ਕਿ ਨਾ ਤਾਂ ਰੈਫਰੀ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਗਿਆਨ ਹੈ, ਨਾ ਜਿਹੜੀ ਆਮ ਪਬਲਿਕ ਉੱਥੇ ਬੈਠੀ ਹੈ ਉਹਨਾਂ ਨੂੰ ਗਿਆਨ ਹੈ। ਪਰ ਉਹ ਜਿਹੜੇ ਝੂਠ ਮਾਰ ਕੇ ਆਪਣੀ ਗੱਲ ਨੂੰ ਸੱਚੀ ਕਰ ਜਾਂਦੇ ਨੇ, ਉਹਨਾਂ ਦੀ ਇੱਕ ਤਰ੍ਹਾਂ ਇੰਝ ਲੱਗਦਾ ਹੈ ਕਿ ਉਹ ਸਹੀ ਨੇ ਔਰ ਜਿਹੜੇ ਸੱਚ ਬੋਲ ਰਹੇ ਨੇ ਉਹ ਗਲਤ ਨੇ। ਇਹਦੇ ਵਿੱਚ ਇੱਕ ਹੋਰ ਨੁਕਤਾ ਹੈ, ਜਿਹੜੇ ਵਿਚਿੱਤਰ ਨਾਟਕ ਨੂੰ ਦਸ਼ਮੇਸ਼ ਪਿਤਾ ਦੀ ਬਾਣੀ ਮੰਨਦੇ ਹਨ, ਉਹਨਾਂ ਦਾ ਰੋਜੀ ਰੋਟੀ ਸਾਧਨ ਸਾਰਾ ਕੁਝ ਇਹ ਵਿਚਿੱਤਰ ਨਾਟਕ ਹੈ। ਨੰਬਰ 1, ਜਾਂ ਉਹ ਕਿਸੇ ਨਾ ਕਿਸੇ ਐਸੀ ਸੰਸਥਾ ਨਾਲ ਜੁੜੇ ਹੋਏ ਹਨ ਜਿਨ੍ਹਾਂ ਦਾ ਮੋਢੀ ਵਿਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਦੀ ਕਿਰਤ ਮੰਨਦਾ ਹੈ। ਉਹ ਮਰਦੇ ਮਰ ਜਾਣਗੇ ਪਰ ਕਿਸੇ ਵਿਚਾਰ ਦੇ ਨਾਲ ਉਹ ਸਮਝਣ ਵਾਲੇ ਨਹੀਂ, ਉਹ ਮੰਨਣ ਵਾਲੇ ਨਹੀਂ। ਉਹਨਾਂ ਨੇ ਅੜਿੱਕਾ ਢਾਹ ਕੇ, ਮੈਂ ਤਾਂ ਇੱਥੋਂ ਤੱਕ ਦੇਖਿਆ, ਆਪਣੀ ਗੱਲ ਨੂੰ ਸੱਚਾ ਸਿੱਧ ਕਰਨ ਲਈ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਦੇ ਵੀ ਗਲਤ ਅਰਥ ਕਰਦੇ ਨੇ। ਭਾਵ ਇੱਕ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਵੀ ਗਲਤ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਉਹਨਾਂ ਨੂੰ ਕਿਸੇ ਹਾਲਤ ਵਿੱਚ ਵੀ ਵਿਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਦੀ ਲਿਖਤ ਸਿੱਧ ਕਰਨਾ। ਮੈਂ ਤੁਹਾਨੂੰ ਇੱਕ ਕਲਿੱਪ ਸੁਣਾਵਾਂਗਾ, ਇਹਨੂੰ ਧਿਆਨ ਨਾਲ ਸੁਣਨਾ ਔਰ ਫਿਰ ਤੁਸੀਂ ਮੈਨੂੰ ਦੱਸਣਾ ਇਹ ਜੋ ਕਲਿੱਪ ਵਿੱਚ ਵੀਰ ਬੋਲ ਰਿਹਾ ਹੈ ਉਸ ਦਾ ਨਾਮ ਮੈਂ ਦੱਸ ਦੇਵਾਂ। ਇਹ
ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ, ਤੁਸੀਂ ਜਾਣਦੇ ਹੋਵੋਗੇ ਕਈ ਵਿਚਾਰਾਂ ਵਿੱਚ ਹਿੱਸਾ ਲੈਂਦੇ ਨੇ, ਪਰ ਤੁਸੀਂ ਉਹਨਾਂ ਦੀ ਸ਼ੈਤਾਨੀ, ਉਹਨਾਂ ਦਾ ਝੂਠ ਤੁਸੀਂ ਫੜਨਾ। ਮੈਂ ਤੇ ਫੜ ਲਿਆ, ਤੁਸੀਂ ਫੜਨਾ। ਕਦੋਂ ਫੜੋਗੇ? ਜਦੋਂ ਤੁਸੀਂ ਮੇਰੀ ਵੀਡੀਓ 71 ਨੰਬਰ ਉੱਤੇ ਅੱਖਰ ਅੱਖਰ ਜਦੋਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ, ਫਿਰ ਲੱਭਿਓ ਕਿ ਇਸ ਵੀਰ ਨੇ ਜਿਹੜੇ ਆਪਣੇ ਨੁਕਤੇ ਦੱਸੇ ਨੇ ਇਹ ਉਸ ਵਿੱਚ ਕਿੱਥੇ ਲਿਖੇ ਹੋਏ ਨੇ। ਤੁਹਾਨੂੰ ਕਿਤੇ ਨਹੀਂ ਮਿਲਣਗੇ। ਕਹਾਣੀ ਆਪਣੇ ਕੋਲੋਂ ਜੋੜ ਕੇ ਆਪਣੀ ਗੱਲ ਨੂੰ ਸੱਚਾ ਸਿੱਧ ਕਰ ਰਿਹਾ। ਲਓ ਹੁਣ ਤੁਸੀਂ ਸੁਣੋ। ਇਹਨਾਂ ਨੇ ਚਰਿੱਤਰ ਨੰਬਰ 71 ਦਾ ਜ਼ਿਕਰ ਕੀਤਾ ਨਾ, 71 ਦਾ ਜ਼ਿਕਰ ਕੀਤਾ। 71 ਨੰਬਰ ਚਰਿੱਤਰ ਦੇ ਵਿੱਚ ਗੁਰੂ ਸਾਹਿਬ ਜੋ ਪੌਂਟੇ ਤੋਂ ਆਉਂਦੇ ਨੇ ਨਾ, ਕਪਾਲ ਮੋਚਨ ਠਹਿਰਦੇ ਨੇ। ਇੱਕ ਕਪਾਲ, ਸੁਣੋ ਸੁਣੋ, ਅਸੀਂ ਕਹਿਤਾ ਨਾ ਕਪਾਲ। ਤੁਸੀਂ ਆਪਣੀ ਗੱਲ 2-3 ਮਿੰਟ ਵਿੱਚ ਖਤਮ ਕਰ ਦਿਓ। 5 ਮਿੰਟ ਆ ਗਏ ਨੇ ਪੂਰੇ। ਸੁਣੋ ਸੁਣੋ, ਕਪਾਲ ਮੋਚਨ ਗੁਰੂ ਸਾਹਿਬ ਠਹਿਰਦੇ ਨੇ। ਪੰਡਿਤ ਆ ਕੇ ਸ਼ਿਕਾਇਤ ਕਰਦੇ ਕਿ ਸਤਿਗੁਰੂ ਜੀ ਇੱਥੇ ਸਾਡਾ ਸਰੋਵਰ ਹੈ ਜਿੱਥੇ ਅਸੀਂ ਇਸ਼ਨਾਨ ਸੁਬਹ ਕਰਨਾ ਹੁੰਦਾ, ਔਰ ਕੁਝ ਦੁਸ਼ਟ ਲੋਕ ਆ ਕੇ ਉੱਥੇ ਆਪਣੀ ਕਿਰਿਆ ਸੋਹ ਜਾਂਦੇ ਨੇ, ਜੰਗਲ ਪਾਣੀ ਕਰ ਜਾਂਦੇ ਨੇ ਤੇ ਗੰਦਗੀ ਪੈਂਦੀ, ਇਹਦਾ ਇਲਾਜ ਕਰੋ। ਹੁਣ ਉੱਥੇ ਜਿਹੜੇ ਪਿਸ਼ਾਬ ਜਾਂ ਹੱਗਣ ਵਾਲੇ ਲੋਕ ਨੇ ਉਹ ਦਸਤਾਰ ਬੰਨ੍ਹਦੇ ਨੇ। ਹੁਣ ਇਹਨਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਦਸਤਾਰ ਸਿਰਫ ਉਸ ਮੁਸਲਮਾਨ ਬੰਨ੍ਹਦਾ ਸੀ, ਸਿੱਖ ਦਮਾਲੇ ਸਜਾਉਂਦੇ ਸੀ ਤੇ ਹਿੰਦੂ ਕੁਝ ਨਹੀਂ ਸੀ ਕਰਦੇ। ਹਿੰਦੂਆਂ ਦੇ ਤੀਰਥ ਦੇ ਉੱਤੇ ਮੁਸਲਮਾਨ ਆ ਕੇ ਪਿਸ਼ਾਬ ਕਰਦੇ ਨੇ, ਹੱਗਦੇ ਨੇ ਸੁਬਹ ਸੁਬਹ। ਗੁਰੂ ਸਾਹਿਬ ਨੇ ਉਹਨਾਂ ਨੂੰ ਫੜਿਆ, ਸੋਧਿਆ। ਦਸਤਾਰ ਲਾਉਣ ਦਾ ਮਤਲਬ ਇੱਜ਼ਤ ਰੱਖਣੀ ਹੈ, ਦਸਤਾਰਾਂ ਲਾ ਕੇ ਰੱਖਣੀਆਂ ਉਹਨਾਂ ਦੀਆਂ। ਦਸਤਾਰਾਂ ਵਾਪਸ ਨਹੀਂ ਲੈ ਸਕੇ, ਉਹ ਦਸਤਾਰਾਂ ਪਾ ਕੇ ਸੋਭੇ ਬਣਾ ਕੇ ਪਾ ਦਿੱਤੇ। ਇਹਦੇ ਦੁਸ਼ਟਾਂ ਨੂੰ ਸੋਧਣ ਦਾ ਚਰਿੱਤਰ ਚ ਮਾੜਾ ਕੀ ਹੈ? 405 ਚਰਿੱਤਰਾਂ ਦੇ ਵਿੱਚੋਂ ਤੁਸੀਂ 1-2 ਚਰਿੱਤਰ ਲੈ ਕੇ ਕਹੋ ਜੀ ਇਹ ਏਦਾਂ ਹੈ, ਉਹ ਵੀ ਤੁਸੀਂ ਸ਼੍ਰੰਖਲਾ ਵਾਈਜ਼ ਨਹੀਂ ਆ ਰਹੇ। ਗੱਲ ਚੱਲੀ ਸੀ ਚੌਪਈ ਤੋਂ। ਇਹ ਤੁਸੀਂ ਜਿਹੜੀ ਹੈ ਵੀਡੀਓ ਸੁਣੀ ਹੈ, ਇਹਦੇ ਵਿੱਚ ਇਹ ਸਾਡੇ ਵੀਰ ਕੀ ਕਹਿ ਰਹੇ ਨੇ 71 ਨੰਬਰ ਚਰਿੱਤਰ ਦੇ ਵਿੱਚ ਕਿ ਪੰਡਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਇਹ ਜਿਹੜੇ ਮੁਸਲਮਾਨ ਲੋਕ ਨੇ ਉਹ ਸਾਡੇ ਸਰੋਵਰ ਦੇ ਵਿੱਚ ਜਾਂ ਕੋਲ ਆ ਕੇ ਆਪਣਾ ਜੰਗਲ ਪਾਣੀ ਕਰ ਜਾਂਦੇ ਨੇ, ਅਸੀਂ ਉੱਥੇ ਇਸ਼ਨਾਨ ਕਰਨਾ ਹੁੰਦਾ। ਤੇ ਇਸ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀਆਂ ਦਸਤਾਰਾਂ ਲਾਈਆਂ। ਨੰਬਰ 1। ਨੰਬਰ 2, ਇਹ ਗੱਲ ਵੀਰ ਇਹ ਕਰ ਰਹੇ ਨੇ ਕਿ ਉਸ ਵੇਲੇ ਸਿਰਫ ਮੁਸਲਮਾਨ ਦਸਤਾਰਾਂ ਸਜਾਉਂਦੇ ਸਨ ਔਰ ਸਿੱਖ ਦਮਾਲੇ ਸਜਾਉਂਦੇ ਸਨ, ਔਰ ਜਿਹੜੇ ਹਿੰਦੂ ਸਨ ਉਹ ਪੱਗ ਨਹੀਂ ਸੀ ਬੰਨ੍ਹਦੇ। ਹੁਣ ਇਸ ਚੀਜ਼ ਉੱਤੇ ਅਸੀਂ ਵਿਚਾਰ ਕਰਨੀ ਹੈ ਕਿ ਜਿਹੜੀ ਗੱਲ ਇਸ ਵੀਰ ਨੇ ਇਹ 2 ਗੱਲਾਂ ਨੁਕਤੇ ਲੈ ਕੇ ਪੂਰੀ ਕਹਾਣੀ ਨੂੰ ਰਿਵਰਟ ਕਰ ਦਿੱਤਾ, ਉਲਟਾ ਕਰ ਦਿੱਤਾ, ਉਹ ਗੱਲਾਂ ਕਿਤੇ ਲਿਖੀਆਂ ਹੋਈਆਂ ਹਨ ਜਾਂ ਇਸ ਨੇ ਆਪਣੇ ਕੋਲੋਂ ਕਹਾਣੀ ਬਣਾ ਲਈ ਕਿ ਪੰਡਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਸ਼ਿਕਾਇਤ ਸੁਣ ਕੇ ਤਾਂ ਉਹਨਾਂ ਨੂੰ ਸੋਧਾ ਲਾਇਆ, ਉਹਨਾਂ ਨੂੰ ਬੇਇੱਜ਼ਤ ਕੀਤਾ, ਉਹਨਾਂ ਦੀਆਂ ਪੱਗਾਂ ਲਾਈਆਂ। ਕੀ ਇਹ ਗੱਲ ਕਿਤੇ ਲਿਖੀ ਹੋਈ ਹੈ ਜਾਂ ਵੀਰ ਨੇ ਆਪਣੇ ਕੋਲੋਂ ਰਲਾ ਲਈ? ਅਗਰ ਆਪਣੇ ਕੋਲੋਂ ਰਲਾਈ ਹੈ, ਇਹ ਅੰਮ੍ਰਿਤ ਸੱਚ ਵਿੱਚ ਝੂਠ ਰਲਾਉਣਾ, ਅੰਮ੍ਰਿਤ ਵਿੱਚ ਜ਼ਹਿਰ ਰਲਾਉਣ ਦੇ ਬਰਾਬਰ ਹੈ। ਕਿਸੇ ਦੀ ਲਿਖਤ ਵਿੱਚ ਆਪਣੇ ਕੋਲੋਂ ਕੁਝ ਆਪਣੀ ਸਮਝ ਅਨੁਸਾਰ ਪਾ ਦੇਣਾ, ਇਹਦੂ ਵੱਡੀ ਨਰਾਦਰੀ ਨਹੀਂ ਹੋ ਸਕਦੀ। ਇਹ ਵੀਰ ਮੰਨਦੇ ਨੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਅਸੀਂ ਤਾਂ ਮੰਨਦੇ ਨੇ, ਇਹ ਮੰਨਦੇ ਨੇ, ਪਰ ਫਿਰ ਉਹਨਾਂ ਦੀ ਗੱਲ ਵਿੱਚ ਆਪਣੀ ਗੱਲ ਰਲਾ ਦੇਣੀ, ਇਹਦੂ ਵੱਡਾ ਗੁਨਾਹ ਹੋਰ ਕੀ ਹੋ ਸਕਦਾ? ਪਰ ਇਹ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਸੰਗਤਾਂ ਦੀ ਹਜ਼ੂਰੀ ਵਿੱਚ ਇਹਨਾਂ ਇਹ ਕੀਤਾ। ਹੁਣ ਮੈਂ ਪੂਰੀ ਕਹਾਣੀ ਤੁਹਾਡੇ ਸਾਹਮਣੇ ਅੱਖਰ ਅੱਖਰ ਪੜ੍ਹਾਂਗਾ, ਫਿਰ ਤੁਸੀਂ ਦੱਸਿਓ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਆਓ ਅਸੀਂ ਜਾਣਦੇ ਹਾਂ ਕਿ ਕਿਵੇਂ ਇਹ ਕਹਾਣੀ ਵਾਪਰੀ ਕਿਵੇਂ ਹੈ। ਇਹ ਕਹਾਣੀ ਇਹ ਹੈ ਕਿ ਨਗਰ ਪਮਟਾ ਬਹੁ ਬਸੈ ਸਾਰ ਮੋਰ ਕੇ ਦੇਸ, ਜਮਨਾ ਨਦੀ ਨਿਕਟ ਬਹਿ जनकपुरी अलकेश। नदी जमन के तीर में तीर्थ मुचन कपाल, नगर पामटा शोर हम आए तहाँ उताल। ਇਹਦੇ ਅਰਥ ਇਹ ਬਣਦੇ ਨੇ ਕਿ ਪਾਉਂਟਾ ਨਗਰ ਜਿਹੜਾ
ਸਿਰਮੌਰ ਰਿਆਸਤ ਵਿੱਚ ਹੈ, ਉਹ ਜਮਨਾ ਨਦੀ ਦੇ ਕੰਢੇ ਤੇ ਵਸਦਾ ਹੈ। ਜਿਵੇਂ ਜਨਕ ਦੀ ਕਮੇਰ ਨਗਰੀ ਹੋਵੇ, ਉਹਦੀ ਉਪਮਾ ਕੀਤੀ ਗਈ ਹੈ। ਔਰ ਉਸੇ ਨਦੀ ਦੇ ਕਿਨਾਰੇ ਤੇ ਇੱਕ ਤੀਰਥ ਹੈ, ਨਦੀ ਜਮਨ ਕੇ ਤੀਰ ਮੈਂ ਤੀਰਥ ਮੋਚਨ ਕਪਾਲ। ਕਪਾਲ ਮੋਚਨ ਨਾਂ ਦਾ ਇੱਕ ਤੀਰਥ ਹੈ ਉਸੇ ਜਮਨਾ ਨਦੀ ਦੇ ਕੰਢੇ ਤੇ। ਨਗਰ ਪਮਟਾ ਛੋੜ ਹਮ ਆਏ ਤਹਾਂ ਉਤਾਰ। ਅਸੀਂ ਜਲਦੀ ਨਾਲ ਛੇਤੀ ਨਾਲ ਪੌਂਟਾ ਨਗਰ ਨੂੰ ਛੱਡ ਕੇ ਉੱਥੇ ਆ ਗਏ ਤੇ ਕੀ ਕੀਤਾ? ਖਿਲਤ ਅਖੇ ਤੱਕ ਸੂਕਰ ਮਾਰੇ, ਬਹੁਰੇ ਮ੍ਰਿਗ ਔਰੈ ਹਨ ਡਾਰੇ। ਪੁਨ ਤੇ ਠਾਂ ਕੋ ਹਮ ਮਗ ਲੀਨੋ, ਵਾਹ ਤੀਰਥ ਕੇ ਦਰਸ਼ਨ ਕੀਨੋ। ਰਾਹ ਦੇ ਵਿੱਚ ਅਸੀਂ ਸ਼ਿਕਾਰ ਖੇਲਿਆ, ਸ਼ਿਕਾਰ ਖੇਲ ਕੇ ਅਸੀਂ ਹਿਰਨ ਮਾਰੇ, ਮਿਰਗ ਮਾਰੇ। ਫਿਰ ਅਸੀਂ ਉਸ ਤੀਰਥ ਤੇ ਪਹੁੰਚ ਕੇ ਉੱਥੇ ਅਸੀਂ ਦਰਸ਼ਨ ਕੀਤੇ। ਇਹ ਅੰਦਾਜ਼ਾ ਲਗਾਈ ਜਾਓ, ਸ਼ਿਕਾਰ ਵੀ ਖੇਡਿਆ। ਅਗਰ ਇਹ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੋਇਆ ਤਾਂ ਸ਼ਿਕਾਰ ਕਾਹਦੇ ਲਈ ਖੇਡਿਆ ਜਾਂਦਾ, ਇਹ ਵੀ ਨੋਟ ਕਰ ਲੈਣਾ। ਇੱਥੇ ਨਹੀਂ ਆਪਣੇ ਕੋਲੋਂ ਬਣਾ ਲੈਣਾ। ਜਦੋਂ ਇਹਨਾਂ ਨੂੰ ਪੁੱਛਣਾ, ਜੀਵਾਂ ਦਾ ਉਧਾਰ ਕਰ ਰਹੇ ਸੀ। ਇਹਦਾ ਮਤਲਬ ਸਾਰੀ ਦੁਨੀਆ ਜਿਹੜੇ ਸ਼ਿਕਾਰ ਕਰਦੇ ਨੇ ਉਹ ਜੀਵਾਂ ਦਾ ਉਧਾਰ ਹੀ ਕਰਦੇ ਨੇ। ਮਤਲਬ ਕਹਾਣੀਆਂ ਕੋਲੋਂ ਜੋੜ ਲੈਣੀਆਂ। ਖੈਰ ਉਹ ਇੱਕ ਵੱਖਰਾ ਸਬਜੈਕਟ ਹੈ। ਅਸੀਂ ਅੱਗੇ ਚੱਲਦੇ ਹਾਂ। ਫਿਰ ਤੀਰਥ ਦਰਸ਼ਨ ਕੀਤੇ ਉੱਥੇ। ਗੁਰੂ ਨਾਨਕ ਪਾਤਸ਼ਾਹ ਵੀ ਬਹੁਤ ਸਾਰੇ ਤੀਰਥਾਂ ਤੇ ਗਏ। ਗੁਰੂ ਅਮਰਦਾਸ ਪਾਤਸ਼ਾਹ ਵੀ ਤੀਰਥਾਂ ਤੇ ਗਏ। ਗੁਰੂ ਤੇਗ ਬਹਾਦਰ ਵੀ ਗਏ। ਸਾਰੇ ਗੁਰੂ ਸਾਹਿਬਾਨ ਗਏ। ਉੱਥੇ ਦਰਸ਼ਨ ਕਰਨ ਨਹੀਂ ਗਏ। ਉੱਥੇ ਹੋ ਰਹੀਆਂ ਮਨਮਤਾਂ ਜੋ ਉੱਥੋਂ ਦੇ ਪੁਜਾਰੀ ਕਰ ਰਹੇ ਸੀ, ਉਹਨਾਂ ਨੂੰ ਉਜਾਗਰ ਕਰਨ ਲਈ ਔਰ ਲੋਕਾਂ ਨੂੰ ਸੱਚ ਦਾ ਗਿਆਨ ਦੇਣ ਲਈ ਗਏ। ਜੇ ਇੱਥੇ ਇਹ ਮੰਨੋਗੇ ਕਿ ਗੁਰੂ ਗੋਬਿੰਦ ਸਿੰਘ ਜੀ ਤੀਰਥ ਤੇ ਗਏ, ਦਰਸ਼ਨ ਕੀਤੇ, ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਬੁੱਤ ਪੂਜ ਸਨ। ਦਰਸ਼ਨ ਕਾਹਦਾ ਕਰਨਾ? ਉੱਥੇ ਕੋਈ ਬੁੱਤ ਲੱਗੇ ਹੋਣਗੇ, ਮੂਰਤਾਂ ਹੋਣਗੀਆਂ ਕਿਸੇ ਦੇਵੀ ਦੇਵਤਿਆਂ ਦੀਆਂ। ਉਹ ਹਿੰਦੂ ਮਿਥਿਹਾਸਕ ਕਹਾਣੀ ਅਨੁਸਾਰ ਉੱਥੇ ਮੂਰਤਾਂ ਬੁੱਤ ਹੋਣਗੇ। ਦਰਸ਼ਨ ਉਹਦੇ ਕੀਤੇ ਨਾ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਬੁੱਤ ਪੂਜ ਸਨ। ਖੈਰ ਅੱਜ ਦਾ ਸਾਡਾ ਸਬਜੈਕਟ ਇਸ ਵਿਸ਼ੇ ਤੇ ਨਹੀਂ ਹੈ। ਅੱਜ ਜਿਹੜਾ ਵਿਸ਼ਾ ਉਹ ਅਸੀਂ ਅੱਗੇ ਚੱਲਦੇ ਹਾਂ। ਤਾਂ ਹਮਾਰੇ ਸਿੱਖ ਸਭ ਅੰਮ੍ਰਿਤ ਪਹੁੰਚੇ ਆਏ। ਉੱਥੇ ਮੇਰੇ ਬਹੁਤ ਸਾਰੇ ਸਿੱਖ ਇਹ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਹੈ। ਜੇ ਕਹਿ ਰਹੇ ਉਹਨਾਂ ਦੇ ਅਨੁਸਾਰ ਅਸੀਂ ਅਰਥ ਕਰ ਰਹੇ। ਮੈਂ ਤਾਂ ਮੰਨਦਾ ਹੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਜਾਂ ਉਹਨਾਂ ਦੀ ਇਹ ਵਿਚਾਰ ਹੈ, ਪਰ ਇਹਨਾਂ ਅਨੁਸਾਰ ਉੱਥੇ ਮੇਰੇ ਬਹੁਤ ਸਾਰੇ ਸਿੱਖ ਆ ਕੇ ਪਹੁੰਚ ਗਏ। ਤਿਨੇ ਦੇਣ ਕੋ ਚਾਹੀਏ ਜੋਰ ਭਲੋ ਸਿਰ ਪਾਓ। ਬਹੁਤ ਸਾਰੇ ਸਿਰ ਪਾਓ ਚਾਹੀਦੇ ਸੀ ਉਹਨਾਂ ਸਿੱਖਾਂ ਨੂੰ ਦੇਣ ਲਈ। ਨਗਰ ਪੰਪਟੇ ਬੂਰੀਏ ਪਠੇ ਲੋਕ ਬੁਲਾਏ। ਮੈਂ ਲੋਕਾਂ ਨੂੰ ਬੁਲਾ ਕੇ ਬੂਰੀਆ ਤੇ ਪੌਂਟਾ ਨਗਰ ਵਿੱਚ ਲੋਕਾਂ ਨੂੰ ਭੇਜਿਆ। ਏਕ ਪੱਗ ਪਾਈ ਨਹੀਂ ਨੇਫਲ ਪਹੁੰਚੇ ਆਏ। ਉੱਥੋਂ ਇੱਕ ਵੀ ਪੱਗ ਨਹੀਂ ਮਿਲੀ। ਉਹ ਖਾਲੀ ਹੱਥ ਉੱਥੋਂ ਵਾਪਸ ਆ ਗਏ। ਨੇਫਲ ਮਾਲੂਮ ਨੇ ਸਫਲ ਨਹੀਂ ਹੋਏ, ਪੱਗ ਨਹੀਂ ਮਿਲੀ। ਮੁੱਲ ਇੱਕ ਪੱਗ ਨੇ ਪਾਈ। ਜਦ ਕੀਮਤ ਦੇ ਕੇ ਇੱਕ ਵੀ ਪੱਗ ਨਾ ਮਿਲੀ, ਤਬ ਮਸਲਤ ਹਮ ਜੀਏ ਬਣਾਈ। ਫਿਰ ਸਾਨੂੰ ਇਹ ਤਰਕੀਬ ਅਸੀਂ ਬਣਾਈ, ਇਹ ਜੁਗਤ ਬਣਾਈ ਜਾਂ ਇਹ ਚਰਿੱਤਰ ਬਣਾਇਆ। ਕੀ ਚਰਿੱਤਰ ਬਣਾਇਆ? ਜਾਹੇ ਇਹਾਂ ਮੂਤਤ ਲਖ ਪਾਵੋ, ਤਾਂ ਕਿ ਛੀਨ ਪਗੜੀਆ ਲਿਆਵੋ। ਜਿਸ ਨੂੰ ਵੀ ਇੱਥੇ ਮੂਤ ਦਾ ਹੋਇਆ ਪਾਓ, ਉਸ ਦੀਆਂ ਪੱਗਾਂ ਲਾ ਲਿਆਓ। ਪੱਗਾਂ ਲਾਉਣ ਦੀ ਇਸ ਲਿਖਾਰੀ ਦੀ ਮਜਬੂਰੀ ਇਹ ਸੀ ਕਿ ਇਸ ਲਿਖਾਰੀ ਨੇ ਸਿੱਖਾਂ ਨੂੰ ਸਰੋਪੇ ਦੇਣੇ ਸਨ, ਨਾ ਕਿ ਪੰਡਤਾਂ ਨੇ ਸ਼ਿਕਾਇਤ ਕੀਤੀ। ਤੁਸੀਂ ਪੂਰੀ ਕਹਾਣੀ ਸੁਣੋਗੇ, ਪੰਡਤਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਮੰਨ ਲਓ ਪੂਰੀ ਕਹਾਣੀ ਵਿੱਚ ਇੱਕ ਝੂਠ ਬੋਲਦੇ ਹੋ, ਸਾਰੀ ਕਹਾਣੀ ਦੇ ਅਰਥ ਬਦਲ ਜਾਂਦੇ ਹਨ। ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਤੇ ਕਿਸੇ ਗੁਰਪ੍ਰੀਤ ਸਿੰਘ ਵਰਗੇ ਵੀਰ ਨੂੰ ਕਿਸਨੇ ਤਾਕਤ, ਕਿਸਨੇ ਪਾਵਰ ਦੇ ਦਿੱਤੀ
ਕਿ ਉਸ ਕਹਾਣੀ ਵਿੱਚ ਉਹ ਆਪਣੀ ਕਹਾਣੀ ਰਲਾਵੇ, ਉਸ ਗੱਲ ਵਿੱਚ ਆਪਣੀ ਗੱਲ ਰਲਾਵੇ। ਪਾਪ ਨਹੀਂ ਇਹ। ਅਸੀਂ ਤਾਂ ਮੰਨਦੇ ਹੀ ਨਹੀਂ ਕਿ ਗੁਰੂ ਸਾਹਿਬ ਨੇ ਲਿਖਿਆ, ਪਰ ਜਿਹੜੇ ਮੰਨਦੇ ਆ ਉਹਨਾਂ ਦੀ ਤਾਂ ਗੁਰੂ ਦੀ ਬਾਣੀ ਹੈ ਨਾ। ਗੁਰੂ ਦੀ ਬਾਣੀ ਦੇ ਵਿੱਚ ਆਪਣੀ ਬਾਣੀ ਰਲਾਉਣੀ, ਇਹਦੂ ਵੱਡਾ ਗੁਨਾਹ ਹੋਰ ਕੀ ਹੋ ਸਕਦਾ। ਹੁਣ ਇੱਥੇ ਗੁਰੂ ਜਿਹੜਾ ਵੀ ਲਿਖਾਰੀ ਹੈ ਉਹ ਇਹ ਗੱਲ ਲਿਖਦਾ ਹੈ ਕਿ ਭਾਈ ਅਸੀਂ ਸਿੱਖਾਂ ਨੂੰ ਸਰੋਪੇ ਦੇਣੇ ਸੀ ਤਾਂ ਸਾਨੂੰ ਪੱਗਾਂ ਚਾਹੀਦੀਆਂ ਸਨ, ਪੱਗਾਂ ਸਾਨੂੰ ਪੈਸੇ ਦੇ ਕੇ ਮਿਲੀਆਂ ਨੇ, ਇਸ ਕਰਕੇ ਅਸੀਂ ਇਹ ਜੁਗਤ ਬਣਾਈ, ਇਹ ਚਰਿੱਤਰ ਖੇਡਿਆ ਕਿ ਜਿਹੜਾ ਇੱਥੇ ਮੂਤ ਕਰਦਾ ਫੜ ਲਓ, ਉਹਦੀ ਪੱਗ ਲਾ ਲਵੋ। मोले एक पाग न पाई, तब मसलत हम जिए बनाई। जाए यहाँ मूतत लख पावो, ताकि छीन पगड़िया लियावो। जोड़े मूत दा फड़ लो ओदी पग ला लियावो। जब प्यादन ऐसो सुन पायो, जदों सिपाहियां ने प्यादियां ने ये गल सुनी तो उन्हें की कीता, तब मसलत हम जब प्यादन ऐसो सुन पायो, तेही भांत मिल सबन कमायो। उन्होंने उस तरह उस हुक्म नूं मन्निया, वो गए, उन्होंने लोकां दियां पग्गां ला लईयां। जो मनमुख तीरथ ते आयो, मनमुख वो ਜਿਹੜੇ पेशाब करते सी तीर्थां ते, उन्हां नूं मनमुख लिखिया है। तीर्थ ते मुसलमान नहीं आउंदे, ਉਹ ਵੀ ਰਾਤੋਂ ਰਾਤ ਨੂੰ। ਬਈ ਕੋਈ ਬਾਹਰ ਜੰਗਲ ਪਾਣੀ ਜਾਂਦਾ ਹੈ, ਉਹ ਸਵੇਰੇ ਉੱਠ ਕੇ ਜਾਂਦਾ। ਜੇ ਇਸ ਗੁਰਪ੍ਰੀਤ ਸਿੰਘ ਵੀਰ ਦੀ ਗੱਲ ਮੰਨ ਲਈਏ ਤਾਂ ਰਾਤ ਨੂੰ ਜੰਗਲ ਪਾਣੀ ਕੋਈ ਨਹੀਂ ਜਾਂਦਾ। ਕੋਈ ਹੋ ਸਕਦਾ ਕੋਈ 2-4 5-7% ਹੋਵੇਗਾ ਕੋਈ ਰਾਤ ਨੂੰ ਜਾਣ ਵਾਲਾ, ਪਰ 800 ਬੰਦਾ ਰਾਤ ਨੂੰ ਉੱਠ ਕੇ ਜੰਗਲ ਪਾਣੀ ਗਿਆ। ਇਹ ਮਤਲਬ ਗੱਲ ਕਿਹੋ ਜਿਹੀ ਹੋਈ ਭਾਈ? ਇਹ ਰਾਤ ਨੂੰ ਹੀ, ਕਿਉਂਕਿ ਅਸਲ ਵਿੱਚ ਕੀ ਗੱਲ ਹੈ, ਉੱਥੇ ਮੇਲਾ ਲੱਗਾ ਹੋਣਾ, ਮੇਲੇ ਦੇ ਵਿੱਚ ਲੋਕੀ ਦੂਰੋਂ ਦੂਰੋਂ ਆਉਂਦੇ ਨੇ। ਜਦੋਂ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਤੇ ਜੰਗਲ ਪਾਣੀ ਤੇ ਉੱਥੇ ਆਲੇ ਦੁਆਲੇ ਜਾਣਾ ਨਾ। ਹੁਣ ਉਹ 500 ਕਿਲੋਮੀਟਰ ਦੂਰ ਜਿੱਥੋਂ ਉਹ ਆਏ ਨੇ ਉੱਥੇ ਥੋੜ੍ਹੀ ਵਾਪਸ ਜਾ ਸਕਦੇ ਆ। ਉਹ ਜਿੱਥੇ ਆਲੇ ਦੁਆਲੇ ਰਹਿ ਰਹੇ ਨੇ, ਖੇਤਾਂ 'ਚ, ਜੰਗਲ 'ਚ, ਜਿੱਥੇ ਵੀ ਆਪਾਂ ਜ਼ਿੰਦਗੀ 'ਚ, ਆਪਣੀ ਜ਼ਿੰਦਗੀ 'ਚ ਦੇਖੋ ਕਿ ਕਿਤੇ ਬੱਸ 'ਚ ਬਹਿਣਾ, ਕਿਤੇ ਜਾਣਾ, ਤੁਸੀਂ ਜੇ ਤੁਹਾਨੂੰ ਜੰਗਲ ਪਾਣੀ ਆਇਆ ਤਾਂ ਤੁਸੀਂ ਲੱਭਦੇ ਨਾ ਓਟ ਆਸਰਾ। ਅਗਰ ਕੋਈ ਬਾਥਰੂਮ ਨਹੀਂ ਬਣੇ ਹੋ ਤਾਂ ਜਿੱਥੇ ਤੁਹਾਨੂੰ ਪਰਦਾ ਦਿਖਦਾ ਉੱਥੇ ਤੁਸੀਂ ਕਰਦੇ ਹੋ, ਕਿਉਂਕਿ ਇਹ ਤਾਂ ਕੁਦਰਤੀ ਵਰਤਾਰਾ ਹੈ, ਤਾਂ ਹੋਣਾ ਹੀ ਹੋਣਾ। ਹੁਣ ਮੇਲਾ ਉੱਥੇ ਦੇਖਣ ਆਵੇ ਔਰ ਜੰਗਲ ਪਾਣੀ ਪਿੰਡ ਜਾ ਕੇ ਕਰੇ, ਇਹ ਤਾਂ ਹੋ ਨਹੀਂ ਸਕਦਾ। ਸੋ ਇਹ ਜਿਹੜੀ ਗੱਲ ਹੈ ਕੋਰੀ ਝੂਠ ਹੈ ਕਿ ਕਿਸੇ ਪੰਡਤਾਂ ਨੇ ਆ ਕੇ ਉਹ ਜਿਹਨੂੰ ਇਹ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਇੱਥੇ ਤਾਂ ਰਾਜਾ ਲਿਖਿਆ ਹੋਇਆ, ਗੁਰੂ ਗੋਬਿੰਦ ਸਿੰਘ ਜੀ ਨਹੀਂ ਲਿਖਿਆ ਹੋਇਆ, ਪਰ ਗੁਰਪ੍ਰੀਤ ਸਿੰਘ ਕਹਿ ਰਿਹਾ, ਉਹਦੇ ਨਾਲ ਜਿੰਨੇ ਹੋਰ ਬੈਠੇ ਉਹ ਵੀ ਉਹਨਾਂ ਨਾਲ ਹਾਮੀ ਭਰ ਰਹੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਕੋਈ ਐਸੀ ਸ਼ਿਕਾਇਤ ਨਹੀਂ ਆਈ। ਜੋ ਮਨ ਮੁਖ ਤੀਰਥ ਤੇ ਆਇਓ, ਭਾਗ ਬਿਨਾ ਕਰ ਤਾਹੇ ਪਠਾਇਓ। ਉਹਨਾਂ ਨੂੰ ਸਿਰੋਂ ਨੰਗੇ ਕਰਕੇ ਭੇਜ ਦਿੱਤਾ। ਅੱਗੇ ਆ ਦੋਹਰਾ, ਰਾਤ ਵਿੱਚ ਕਰ 800 ਪਗੜੀ ਲਈ ਉਤਾਰ। ਰਾਤ ਦੇ ਵਿੱਚ ਹੀ 800 ਪਗੜੀ ਲਾ ਲਈ। ਆਨ ਤਿਨੇ ਹਮ ਦੀ ਮੈਂ ਧੋਵਣ ਦਈ ਉਧਾਰ। ਉਹਨਾਂ ਨੇ 800 ਲਿਆ ਕੇ ਮੈਨੂੰ ਦੇਤੀ, ਮੈਂ ਅੱਗੇ 800 ਪਗੜੀ ਧੋਣ ਲਈ ਦੇਤੀ। ਲਓ ਜੀ, ਪ੍ਰਾਤ ਲੇਤ ਸਭ ਧੋਏ ਮਗਾਈ। ਮੰਨ ਲਓ ਰਾਤ ਨੂੰ ਲਾਈ ਆ, ਸਵੇਰ ਨੂੰ ਧੋ ਕੇ ਵਾਪਸ ਵੀ ਆ ਗਈ ਸੁੱਕ ਕੇ। ਸਭ ਹੀ ਸਿੱਖਣ ਕੋ ਬੰਦਵਾਈ। ਸਾਰੇ ਸਿੱਖਿਆਂ ਨੂੰ ਬੰਦਾ ਦਿੱਤੀਆਂ, ਮਤਲਬ ਜਿਹੜੇ ਸਰੋਪੇ ਦੇਣੇ ਪੱਗਾਂ ਬਣਾ ਦਿੱਤੀਆਂ। ਬਚੀ ਸੂਬੇ 'ਚ ਤੁਰਤ ਤੈ ਲਈ। ਜਿਹੜੀਆਂ ਬਚ ਗਈਆਂ ਉਹ ਵੇਚ ਦਿੱਤੀਆਂ। ਲਓ ਜੀ, ਮੰਨ ਲਓ ਇਸ ਲਿਖਾਰੀ ਨੇ ਇਹਨਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਹੈ, ਲੋਕਾਂ ਦੀਆਂ ਪੱਗਾਂ ਲਾ ਕੇ ਉਹਨਾਂ ਨੂੰ ਸਿਰੋਂ ਨੰਗੇ ਕਰ ਦਿੱਤਾ ਤੇ ਸਿੱਖਾਂ ਨੂੰ ਸਰੋਪੇ ਦੇ ਦਿੱਤੇ, ਬਾਕੀ ਪੱਗਾਂ ਵੇਚ ਲਈਆਂ। ਫਿਰ ਸਾਰੀਆਂ ਵਿਕੀਆਂ ਨਹੀਂ ਹੋਣੀਆਂ ਤੇ ਜਿਹੜੀਆਂ ਬਾਕੀ ਬਚੀ ਸਿਪਾਹੀ ਨੇ ਦੇ। ਉਹ ਜਿਹੜੀਆਂ ਬਾਕੀ ਬਚੀਆਂ ਉਹ ਸਿਪਾਹੀਆਂ ਨੂੰ ਦੇ ਦਿੱਤੀਆਂ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਕਿ ਅਗਰ ਅੱਗੇ ਸੁਣੋ,
वट कै पगड़ी नगर कहो जात पै सुख पाए भेद मूर्खन ना लयो कहाँ गयो कर राय। वो लोगों ने समझ राय राजे ने की कीता किसी नूं भेत नहीं लगा और राजे ने पग्गां वंड के वो उथों चले गए सुखपूर्वक उथों चले गए। ये है सारी कहानी जो लिखी हुई है इस विचित्र नाटक विच। अखर अखर मैं तुहाडे सामने इस कहानी दा सुना देता। हुण तुसीं मैनूं दसो इस कहानी विच किहड़े पंडित ने और मेरी गल गुरु गोबिंद सिंह जी का नाम इत्थे कित्थे आ? गुरु गोबिंद सिंह जी का नाम इत्थे है ही नहीं, राजा है। मैं पहले भी इसकी व्याख्या की सी कि ये गुरु गोबिंद सिंह का नाम इसलिए बनता है क्योंकि गुरु गोबिंद सिंह जी नूं लिखारी कह रहे ने ये लोग, असीं तां नहीं मनते। साडे सतगुरु इन्ने गिरे हुए नहीं सन कि लोकां दीआं पग्गां सिर तो ला के ते ओ धुआ के सिखां नूं सरोपे देण और फिर उहदा बिजनस भी करन, वपार भी करन। ये जिहड़े वीर ने ये की है, शैतानी इन्नी है। ये दूजे वीर अखर अखर पढ़ के सुना रहे ने, अर्थ करके सुना रहे ने, पर एक कहानी गोल मोल इधर उधर, इधर दीआं चार गल्लां उधर दीआं चार गल्लां झूठ बोल के लोकां नूं गुमराह कर रहे हैं। ये है सच्चाई इन्हां विचित्र नाटक नूं गुरु किरत मनण वाले साडे वीरां दी है, सिੱਖੀ ਸਰੂਪ च सारे। अच्छा दूजी गल एक नुकता होर रह गया। ये वीर कह रहे हैं कि सिर्फ मुसलमान पग्गां बन्नदे सन और सिख सारे दमाले सजाउंदे सन। वाह क्या खूब। और हिंदू पग्गां नहीं बन्नदे सन। भाई जिहड़े हिंदू मुलाजम सन वो भी पग्गां बन्नदे सन। सानू पता है अकबर दे विच नाल वीरवार नौकरी करदा सी। असीं इतिहास विच पढ़दे हां जे लखपत राय ते जसपत राय। असीं ये भी पढ़दे हां जिन्ने राजपूत सन वो पग्गां बन्नदे सन। ये कित्थों कहानी मैं गूगल ते सर्च मारिया, वो ईसवी सन तो पहलां भी 100 सन 100 सदी का उन्होंने दिता कि लोग पग्गां बन्नदे सन। इन्हां ने कहानी नूं अपने अनुसार सैट करन लई अच्छी गल होर है। मान लो मुसलमान भी होण, भाई मुसलमान होण वो हिंदू मंदिरां 'च ये काम करन आउंदे सन, कमाल दी गल नहीं। मान लो जे आउंदे सन जबरदस्ती करते सन, मुसलमानां दा राज सी ते की वो 800 बंदियां दीआं पग्गां ला लियां कोई हिलजुल नहीं होनी सी? भी सरकार दे बारे शिकायत नहीं करते कि भी देखो जी आ सानू तो बाहर अंदर जाना औखा कीता होया, इन्हां दी 2-4 किले च इन्हां दी जगह आ, उत्थे ये रहण, बाकी तो साडी धरती है। ये कौन हुंदे सानू रोकण वाले? ना भाई ये कच्ची कहानी। ये साडे जिहड़े मैनूं तां कई वारी बड़ा शर्म महसूस होंदी आ क्योंकि ये सिख ने गुरु दे नां ते इहो जिहियां तोहमतां ला रहे ने। साडा गुरु लोकां दीआं पग्गां ला के बिजनस करदा सी। शर्म नहीं आउंदी सानू ਇਹ गुरु नूं ਮੰਨ ਲਓ ਲੁਟੇਰਾ सिद्ध ਕਰਨ ਲਈ। पर असी क्योंकि आम सिख पढ़दा नहीं वीर, वो मैं तुहानूं अखर अखर पढ़ के सुनाया। जे हाले भी शक होवे फिर भी तुहाडी मर्जी है, मैं कुछ नहीं कर सकता। मैं दस दिता भी जिन्ना झूठ उत्ते बोलिया वो इहदे विच कुछ भी नहीं। ना तो कोई ब्राह्मण आया शिकायत करन और ना ही इदां आ भी उदों कोई सिर्फ मुसलमान पग्गां बन्नदे सन, सारे सिख दमाले नहीं सजाउंदे सन। साडे तां हुण तक साफे बन्नदे सन पिंडां दे विच, किहड़ा दमाला सजाउंदा? पर क्योंकि कहानी नूं मोड़ देना ना, काम करदिआं साफे बन्नदे सन, जे किते बाहर अंदर जाणे पग बन्नदे सन। पर इन्हां दे सारे सिख जिहड़े आ वो दमाले सजाउंदे सन, पग्गां सिर मुसलमान बन्नदे सन। और असीं भेडां वांगू बैठ के सारियां गल्लां सिर सुट के सुनी जाने आ। ना बई गलत है, झूठ है, निरा झूठ। होर एक गल, जदों ये विचार चल रही सी ना, दूजी पार्टी ने एक गल कही, वो कहिंदे जी भी जेकर चरित्र गुरु गोबिंद सिंह दे लिखे हुए ने फिर तो गुरबाणी हो गई। फिर जिहड़ा कविवाच बेनती चौपाई है 404 चरित्र दा, वो 377 बंद तो लैके तो 401 बंद तक जिहड़ा पाठ किया जाता। फिर हुण दसो मैनू भी गुरु की बाणी नूं
ਉੱਥੇ ਅੰਕ ਹੈ 377 ਔਰ ਅੱਗੇ ਤੁਸੀਂ ਲਿਖ ਰਿਹਾ 1 ਨੰਬਰ 77 ਨੂੰ 78 ਨੂੰ 2 ਨੰਬਰ। ਇਸ ਅਮੈਂਡਮੈਂਟ ਕਰਨ ਦੀ ਇਹ ਤੁਹਾਨੂੰ ਸ਼ਕਤੀ ਕਿੱਥੋਂ ਆਈ? ਕਿਹੜੀ ਪਾਵਰ ਨਾਲ ਅਮੈਂਡਮੈਂਟ ਕਰ ਲਿਆ? ਗੁਰਬਾਣੀ 'ਚ ਕੋਈ ਅਮੈਂਡਮੈਂਟ ਹੋ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਅੰਕ ਇੱਧਰ ਉੱਧਰ ਕਰ ਸਕਦੇ ਹਾਂ? ਕੋਈ ਹੱਕ ਨਹੀਂ, ਅਸੀਂ ਨਹੀਂ ਕਰ ਸਕਦੇ। ਕੋਈ ਸ਼ਬਦ ਇੱਧਰ ਉੱਧਰ ਕਰ ਸਕਦੇ ਹਾਂ? ਨਹੀਂ ਕਰ ਸਕਦੇ। ਇਹ ਅੰਕ ਕਿੱਦਾਂ ਬਦਲੇ ਗਏ? ਕੋਈ ਜਵਾਬ ਨਹੀਂ। ਭਾਵ ਔਰ ਇੱਧਰ ਉੱਧਰ ਦੀਆਂ ਗੱਲਾਂ ਵੀ ਜੇ ਕ੍ਰੋਧ ਤੇ ਗੱਲ ਹੋ ਸਕਦੀ ਹੈ, ਲੋਭ ਤੇ ਗੱਲ ਹੋ ਸਕਦੀ ਹੈ, ਕਾਮ ਤੇ ਗੱਲ ਹੋ ਭਾਈ ਇਹ ਸਵਾਲ ਇਹਨਾਂ ਦੇ ਕਾਮ ਦੀ ਗੱਲ ਦੀ ਹੈ ਹੀ ਨਹੀਂ। ਇੱਥੇ ਤਾਂ ਗੱਲ ਹੀ ਕੁਝ ਹੋਰ ਹੈ। ਇੱਥੇ ਇਸਤਰੀ ਜਾਤੀ ਨੂੰ ਅਸ਼ਲੀਲ ਸਿੱਧ ਕਰਨਾ, ਘਟੀਆ ਸਿੱਧ ਕਰਨਾ, ਬੇਈਮਾਨ ਸਿੱਧ ਕਰਨਾ, ਧੋਖੇਬਾਜ਼ ਸਿੱਧ ਕਰਨਾ, ਗੁਰੂ ਦੇ ਨਾਂ ਦੇ ਇਹੋ ਜਿਹੀਆਂ ਕਹਾਣੀਆਂ ਲਾ ਕੇ ਗੁਰੂ ਨੂੰ ਕਲੰਕਿਤ ਕਰਨਾ ਹੈ। ਹੋਰ ਕੁਝ ਨਹੀਂ। ਕੋਈ ਗਿਆਨ ਦੀ ਗੱਲ ਨਹੀਂ, ਕੋਈ ਗਿਆਨ ਦੀ ਗੱਲ ਨਹੀਂ। ਸੋ ਅੱਜ ਦੀ ਵੀਡੀਓ ਅਸੀਂ ਇੰਨੀ ਬਣਾਉਣੀ ਹੈ, ਇਹ ਤੁਹਾਨੂੰ ਇੱਕ ਦਾਲ ਵਿੱਚੋਂ ਦਾਣਾ ਕੱਢ ਕੇ ਦੱਸਿਆ। 3 ਘੰਟੇ ਦੀ ਵਿਚਾਰ ਹੈ। ਮੈਨੂੰ ਲੱਗਦਾ ਉਹਦੇ 20 ਵੀਡੀਓ ਮੇਰੀਆਂ ਬਣ ਜਾਣਗੀਆਂ, ਹਰ ਪੁਆਇੰਟ ਤੇ ਵਿਚਾਰ ਕਰਨ ਵਾਲਾ। ਕਿਵੇਂ ਰੰਗ ਬਦਲਦੇ ਨੇ, ਕਿਵੇਂ ਚਾਲ ਬਦਲਦੇ ਨੇ ਹਰ ਤਰ੍ਹਾਂ ਦੇ ਨਾਲ। ਜਿਵੇਂ ਕਿ ਜ਼ਬਰਦਸਤੀ ਕਿਸੇ ਨੂੰ ਮਨਾਉਣਾ ਹੁੰਦਾ। ਆਓ ਫਤਿਹ ਬੁਲਾਈਏ, ਵਿਚਾਰ ਕਰਦੇ ਹਾਂ। ਕਈ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਮਾफ़ ਕਰਨਾ। ਇੱਕੋ ਹੀ ਬੇਨਤੀ ਮੈਂ ਵਾਰ-ਵਾਰ ਕਰਦਾ, ਪੂਰੀ ਵੀਡੀਓ ਸੁਣੋ। ਜੇ ਸੁਣ ਕੇ ਤੁਹਾਨੂੰ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਪਸੰਦ ਕਰੋ, ਲਾਈਕ ਕਰੋ। ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।